ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਕਿਸੇ ਨੇ ਸੱਚ ਹੀ ਆਖਿਆ ਹੈ ਕਿ ਪ੍ਰੇਮ ਦਾ ਸਿੱਧਾ ਅਰਥ ਹੈ ਮੈਂ। ਜਦ ਜਗਿਆਸੂ ਪਿਆਰੇ ਦੇ ਪਿਆਰ ਵਿੱਚ ਆਪਣੇ ਆਪ ਤੋਂ ਪਰੇ ਹੋ ਜਾਂਦਾ ਹੈ ਅਤੇ ਪਿਆਰੇ ਦੀ ਯਾਦ ਵਿੱਚ ਆਪਣਾ ਆਪ ਭੁਲਾ ਦਿੰਦਾ ਹੈ, ਤਦ ਪਿਆਰ ਹਿਰਦੇ ਅਤੇ ਨੈਣਾਂ ਵਿੱਚ ਆ ਵਸਦਾ ਹੈ ਅਤੇ ਹਿਰਦੇ ਵਿੱਚ ਕੋਈ ਐਸੀ ਖਿੱਚ ਪੈਂਦੀ ਹੈ ਕਿ ਪਿਆਰਾ ਆਪਣੇ ਆਪ ਖਿੱਚਿਆ ਹੋਇਆ ਚਲਾ ਆਉਂਦਾ ਹੈ। ਮਾਈ ਭਾਗਪ੍ਰੀ ਜਦ ਕਿ ਸੰਤ ਜੀ ਮਹਾਰਾਜ ਦੁੱਖ ਭੰਜਨੀ ਠਾਕਰ ਨਿਹਾਲ ਸਿੰਘ ਜੀ ਦੇ ਜੱਗ ਤੇ ਗਏ ਸਨ, ਦਿਨ ਰਾਤ ਸੰਤ ਜੀ ਮਹਾਰਾਜ ਨੂੰ ਯਾਦ ਕਰਦੀ ਕਿ ਕਦ ਉਹ ਦਿਨ ਆਵੇਗਾ ਜਦ ਕਿ ਸੰਤ ਜੀ ਮਹਾਰਾਜ ਦੇ ਫਿਰ ਦਰਸ਼ਨ ਹੋਣਗੇ। ਹੱਥਾਂ ਪੈਰਾਂ ਨਾਲ ਘਰ ਦਾ ਕੰਮਕਾਜ ਕਰਦੇ, ਪਰ ਚਿੱਤ ਸੰਤ ਜੀ ਮਹਾਰਾਜ ਦੇ ਚਰਨ ਕਮਲਾਂ ਵੱਲ ਰਹਿੰਦਾ। ਕਾਕਾ ਹੀਰਾ ਸਿੰਘ ਜੀ ਵੀ ਮਹਾਰਾਜ ਕਦ ਆਉਣਗੇ ਅਤੇ ਕਦ ਮੈਂ ਸੰਤ ਜੀ ਮਹਾਰਾਜ ਨਾਲ ਬੈਠ ਕੇ ਪ੍ਰਸ਼ਾਦਾ ਛਕਾਂਗਾ ਅਤੇ ਸ਼ਬਦ ਪੜਾਂਗਾ। ਕਾਕੇ ਦੇ ਇਹ ਭੋਲੇ ਭਾਲੇ ਪ੍ਰਸ਼ਨ ਮਾਈ ਭਾਗਪ੍ਰੀ ਦੇ ਪ੍ਰੇਮ ਨੂੰ ਹੋਰ ਵੀ ਤਿੱਖਾ ਕਰਦੇ। ਇੱਕ ਦਿਨ ਅੰਮ੍ਰਿਤ ਵੇਲੇ ਮਾਈ ਜੀ ਦੇ ਹਿਰਦੇ ਨੇ ਐਸਾ ਉਛਾਲਾ ਖਾਧਾ ਕਿ ਸੰਤ ਜੀ ਮਹਾਰਾਜ ਦੀ ਯਾਦ ਵਿੱਚ ਸਾਰਾ ਸੰਸਾਰ ਭੁੱਲ ਗਿਆ। ਨਾਮ ਸਿਮਰਨ ਦੀ ਲਹਿਰ ਚੱਲ ਪਈ ਅਤੇ ਦਰਸ਼ਨ ਦੀ ਖਿੱਚ ਰੋਮ ਰੋਮ ਵਿੱਚੋਂ ਫੁੱਟ ਫੁੱਟ ਕੇ ਵਹਿ ਤੁਰੀ। ਇਹ ਪ੍ਰੇਮ ਦੀ ਤਾਰ ਸੰਤ ਜੀ ਮਹਾਰਾਜ ਨੂੰ ਬਗਾਮ ਪਹੁੰਚੀ ਅਤੇ ਆਸਾ ਜੀ ਦੀ ਵਾਰ ਦੇ ਭੋਗ ਮਗਰੋਂ ਹੀ ਸੰਤ ਜੀ ਮਹਾਰਾਜ ਨੇ ਟੁਰਨ ਦੀ ਤਿਆਰੀ ਕਰ ਲਈ ਅਤੇ ਸਿੱਧਾ ਘਨੋਏ ਦਾ ਰਸਤਾ ਲਿਆ। ਜਦ ਘਨੋਏ ਪਹੁੰਚੇ ਤਦ ਮਾਈ ਭਾਗਪ੍ਰੀ ਅਤੇ ਕਾਕਾ ਹੀਰਾ ਸਿੰਘ ਦਰਸ਼ਨ ਕਰਕੇ ਨਿਹਾਲ ਹੋਏ ਅਤੇ ਬੇਨਤੀ ਕੀਤੀ, ਮਹਾਰਾਜ ਅੱਗੇ ਵਾਂਗੂ ਛੇਤੀ ਨਾ ਚਲੇ ਜਾਣਾ, ਕੁਝ ਚਿਰ ਟਿਕ ਕੇ ਦਰਸ਼ਨ ਦੇਣਾ। ਸੰਤ ਜੀ ਮਹਾਰਾਜ ਨੇ ਕਿਹਾ, ਸਤ ਬਚਨ, ਮਹੀਨਾ ਕੁ ਜ਼ਰੂਰ ਠਹਿਰਾਂਗੇ, ਫਿਰ ਜੋ ਕਰਤਾਰ ਨੂੰ ਭਾਵੇ। ਹੁਣ ਹਰ ਰੋਜ਼ ਭੁਲਾਈਆਂ ਵਿੱਚ ਅੰਮ੍ਰਿਤ ਵੇਲੇ ਅਤੇ ਸ਼ਾਮ ਦੇ ਵਕਤ ਦੀਵਾਨ ਲੱਗਣਾ ਸ਼ੁਰੂ ਹੋ ਗਿਆ। ਸਾਰੇ ਇਲਾਕੇ ਵਿੱਚ ਸੰਤ ਜੀ ਮਹਾਰਾਜ ਦੇ ਆਉਣ ਦੀ ਧੁੰਮ ਮਚ ਗਈ। ਦੂਰ ਨੇੜੇ ਦੇ ਨਗਰਾਂ ਦੀਆਂ ਸੰਗਤਾਂ ਸ਼ਬਦ ਦੇ ਰਸੀਏ ਅਤੇ ਪੰਥ ਕਰਦੀ ਦਰਦੀ ਨਿਤ ਤਪ ਅਸਥਾਨ ਤੇ ਆਉਣ ਲੱਗ ਪਏ। ਕਈ ਜਗ ਅਤੇ ਜੋੜ ਮੇਲੇ ਹੋਏ ਅਤੇ ਅਨੇਕਾਂ ਜੀਵਾਂ ਨੇ ਅੰਮ੍ਰਿਤ ਛਕ ਕੇ ਨਾਮ ਕਣੀ ਆਪਣੇ ਹਿਰਦੇ ਵਿੱਚ ਵਸਾਈ। ਸੰਤ ਜੀ ਮਹਾਰਾਜ ਦੇ ਆਉਣ ਦੀ ਖਬਰ ਬਿਸ਼ਨ ਦੌਰ ਵੀ ਅਪੜੀ। ਇੱਥੇ ਇੱਕ ਭਾਈ ਹੁਕਮ ਸਿੰਘ ਜੀ, ਜੋ ਸੰਤ ਜੀ ਮਹਾਰਾਜ ਦਾ ਖਾਸ ਪ੍ਰੇਮੀ ਸੀ, ਕੁਝ ਚਿਰ ਤੋਂ ਅਖਬਾਰਾਂ ਵਿੱਚ ਸਿੱਖਾਂ ਦੇ ਕੇਸਾਂ ਦੀ ਬੇਅਦਬੀ ਦੀਆਂ ਖਬਰਾਂ ਪੜ੍ਹ ਕੇ ਬੜਾ ਦੁਖੀ ਅਤੇ ਵਿਆਕੁਲ ਹੋਇਆ ਸੀ। ਦੇ ਚਿੱਤ ਦੀ ਤਾਂਘ ਸੀ ਕਿ ਕਦ ਸੰਤ ਜੀ ਮਹਾਰਾਜ ਦਾ ਪਤਾ ਲੱਗੇ ਅਤੇ ਇਹ ਆਪਣੇ ਦੁੱਖ ਦਾ ਦਰਦ ਭਲੀ ਪ੍ਰਕਾਰ ਉਹਨਾਂ ਦੇ ਚਰਨਾਂ ਵਿੱਚ ਪ੍ਰਗਟ ਕਰੇ। ਜਦ ਇਸ ਨੇ ਖਬਰ ਸੁਣੀ ਕਿ ਸੰਤ ਜੀ ਮਹਾਰਾਜ ਘਨੋਏ ਆਏ ਹੋਏ ਹਨ, ਇਹ ਅਖਬਾਰਾਂ ਬੋਝੇ ਵਿੱਚ ਪਾ ਵਾਹੋ ਦਾਹੀ ਆਪਣੇ ਨਗਰ ਤੋਂ ਤੁਰ ਪਿਆ ਅਤੇ ਭੁਲਾਈਆਂ ਵਿੱਚ ਤਪ ਸਥਾਨ ਤੇ ਅੱਪੜ ਗਿਆ। ਅੱਗੇ ਹੀ ਇਹ 2 ਵਾਰੀ ਸੰਤ ਜੀ ਮਹਾਰਾਜ ਦੇ ਦਰਸ਼ਨ ਕਰ ਚੁੱਕਾ ਸੀ। ਪਹਿਲੀ ਵਾਰੀ ਜਦ ਸੰਤ ਜੀ ਮਹਾਰਾਜ ਇਕੱਲੇ ਪਿੰਡਾਂ ਵਿੱਚ ਵਿਚਰਦੇ ਬਿਸ਼ਨ ਦੌਰੇ ਆਏ, ਤਦ ਭਾਈ ਹੁਕਮ ਸਿੰਘ ਦੀ ਉਮਰ ਭਾਵੇਂ 7-8 ਸਾਲ ਦੀ ਸੀ, ਪਰ ਇਹ ਸਤਸੰਗ ਅਤੇ ਸਾਧ ਸੰਗਤ ਦੀ ਸੇਵਾ ਦਾ ਬੜਾ ਹੀ ਪ੍ਰੇਮੀ ਸੀ। ਹਰ ਰੋਜ਼ ਨਗਰ ਦੇ ਗੁਰਦੁਆਰੇ ਜਾਂਦਾ ਅਤੇ ਸਿੱਖ ਸਾਧ ਦੀ ਸੇਵਾ ਕਰਦਾ। ਇੱਕ ਦਿਨ ਸ਼ਾਮ ਦੇ 7 ਵਜੇ ਜਦ ਇਹ ਗੁਰਦੁਆਰੇ ਪਹੁੰਚਿਆ ਤਾਂ ਕੀ ਦੇਖਦਾ ਹੈ ਕਿ ਇੱਕ ਸਾਧ, ਨੌਜਵਾਨ ਉਮਰ, ਮੁਖ ਤੇ ਛੋਟਾ ਛੋਟਾ ਦਾੜਾ, ਕਮਲਵਤ ਖਿੜਿਆ ਹੋਇਆ ਚਿਹਰਾ, ਉੱਤੇ ਕਾਲੀ ਪੂਰੀ ਪਈ ਲਈ ਇੱਕ ਪਾਸੇ ਆਪਣੇ ਧਿਆਨ ਵਿੱਚ ਮਸਤ ਬੈਠਾ ਹੈ। ਇਹ ਮਨਮੋਹਣੀ ਅਤੇ ਨਾਮ ਰੰਗਣ ਵਿੱਚ ਰੰਗੀ ਹੋਈ ਸੂਰਤ ਦੇਖ ਕੇ ਭੁਜੰਗੀ ਹੁਕਮ ਸਿੰਘ ਦਾ ਦਿਲ ਖਿੱਚਿਆ ਗਿਆ। ਇਸ ਨੇ ਬੜੇ ਅਦਬ ਨਾਲ ਨਮਸਕਾਰ ਕੀਤੀ ਅਤੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਪ੍ਰਸ਼ਾਦ ਤਿਆਰ ਹੈ, ਕਿਰਪਾ ਕਰਕੇ ਦਾਸ ਦੇ ਨਾਲ ਚੱਲੋ ਅਤੇ ਪ੍ਰਸ਼ਾਦਾ ਛਕੋ। ਸੰਤ ਜੀ ਮਹਾਰਾਜ ਨੇ ਬੜੇ ਪ੍ਰੇਮ ਨਾਲ ਜਵਾਬ ਦਿੱਤਾ ਕਿ ਅਸੀਂ ਇਸ ਵਕਤ ਪ੍ਰਸ਼ਾਦ ਨਹੀਂ ਛਕਦੇ। ਫਿਰ ਭੁਜੰਗੀ ਨੇ ਦੁੱਧ ਵਾਸਤੇ ਬੇਨਤੀ ਕੀਤੀ। ਬੜੇ ਰਸ ਭਰੇ ਪਿਆਰ ਵਿੱਚ ਸੰਤ ਜੀ ਨੇ ਆਖਿਆ, ਕਾਕਾ ਇਸ ਵੇਲੇ ਕਿਸੇ ਚੀਜ਼ ਦੀ ਲੋੜ ਨਹੀਂ। ਸੰਤ ਜੀ ਮਹਾਰਾਜ ਦੀ ਸੋਭਾ ਦਰਸ਼ਨ ਕਰਦੇ ਹੀ ਭੁਜੰਗੀ ਹੁਕਮ ਸਿੰਘ ਦੇ ਹਿਰਦੇ ਵਿੱਚ ਘਰ ਕਰ ਚੁੱਕੀ ਸੀ। ਹੁਣ ਸੰਤ ਜੀ ਮਹਾਰਾਜ ਦੇ ਰਸੀਲੇ ਅਤੇ ਰਸ ਗੁੱਦੇ ਬਚਨਾਂ ਨੇ ਇਸ ਦਾ ਮਨ ਮੋਹ ਲਿਆ। ਇਸ ਦੇ ਰੋਮ ਰੋਮ ਵਿੱਚ ਝਰਨਾਟ ਛਿੜ ਪਈ। ਇਹਨੂੰ ਪ੍ਰਤੀਤ ਹੋਇਆ ਕਿ ਇਸ ਰੱਬੀ ਸੂਰਤ ਵਿੱਚ ਕੋਈ ਖਾਸ ਕਰਤਾਰੀ ਖਿੱਚ ਹੈ। ਹੁਣ ਭੁਜੰਗੀ ਹੁਕਮ ਸਿੰਘ ਆਪਣੇ ਘਰ ਚਲਾ ਗਿਆ, ਪ੍ਰਸ਼ਾਦ ਛਕ ਕੇ ਬਿਸਤਰੇ ਤੇ ਲੇਟ ਗਿਆ, ਪਰ ਚਿੱਤ ਵਿੱਚ ਇਹ ਮਨਮੋਹਣੀ ਤੇ ਤੇਜਮਈ ਮੂਰਤ ਵਸੀ ਰਹੀ। ਹਿਰਦੇ ਵਿੱਚ ਇਹੋ ਖਿਆਲ ਕਿ ਕੱਲ ਅੰਮ੍ਰਿਤ ਵੇਲੇ ਸੁਭਾਗ ਦਰਸ਼ਨ ਕਰਾਂਗੇ ਅਤੇ ਬੇਨਤੀ ਕਰਕੇ ਜ਼ਰੂਰ ਪ੍ਰਸ਼ਾਦ ਛਕਵਾਵਾਂਗਾ। ਕੁਝ ਚਿਰ ਤਾਂ ਇਹਨਾਂ ਦਲੀਲਾਂ ਵਿੱਚ ਹੀ ਬੀਤ ਗਿਆ। ਫਿਰ ਬਾਲਕ ਅਵਸਥਾ ਸੀ, ਨੀਂਦ ਪੈ ਗਈ, ਪਰ ਅੱਗੇ ਨਾਲੋਂ ਕਿੰਨਾ ਚਿਰ ਪਹਿਲਾਂ ਹੀ ਪਹਿਰ ਦੇ ਤੜਕੇ ਜਾਗ ਆ ਗਈ। ਛੇਤੀ ਛੇਤੀ
ਸੋਚ ਇਸ਼ਨਾਨ ਕਰ ਗੁਰਦੁਆਰੇ ਸਾਹਿਬ ਪਹੁੰਚਿਆ। ਸਤਿਗੁਰ ਸੱਚੇ ਪਾਤਸ਼ਾਹ ਨੂੰ ਨਮਸਕਾਰ ਕੀਤੀ। ਫਿਰ ਸਾਰੇ ਪਾਸੇ ਨਜ਼ਰ ਭਰ ਕੇ ਦੇਖਿਆ, ਪਰ ਕੱਲ ਰਾਤ ਵਾਲੀ ਨੂਰਾਨੀ ਰਸ ਭਰੀ ਤਿਆਗੀ ਮੂਰਤ ਨਜ਼ਰ ਨਾ ਪਈ। ਵਿਆਕੁਲ ਹੋ ਕੇ ਭੁਜੰਗੀ ਹੁਕਮ ਸਿੰਘ ਨੇ ਗ੍ਰੰਥੀ ਸਿੰਘ ਨੂੰ ਪੁੱਛਿਆ ਕਿ ਸੰਤ ਜੀ ਮਹਾਰਾਜ ਕਿੱਥੇ ਹਨ। ਉਸਨੇ ਦੱਸਿਆ ਕਿ ਉਹ ਅੰਮ੍ਰਿਤ ਵੇਲੇ ਪਹਿਰ ਦੇ ਤੜਕੇ ਹੀ ਉੱਠ ਕੇ ਚਲੇ ਗਏ ਹਨ। ਇਹ ਸੁਣ ਕੇ ਹੁਕਮ ਸਿੰਘ ਦੇ ਬੜੀ ਸੱਟ ਵੱਜੀ, ਨੇਤਰਾਂ ਵਿੱਚ ਜਲ ਆ ਗਿਆ ਅਤੇ ਬਾਵਰੀ ਜਿਹੀ ਦਸ਼ਾ ਵਿੱਚ ਇੱਧਰ ਉੱਧਰ ਦੇਖਿਆ। ਢੂੰਡ ਭਾਲ ਕੀਤੀ, ਕੋਈ ਪਤਾ ਨਾ ਲੱਗਾ। ਹੁਣ ਸੰਤ ਜੀ ਮਹਾਰਾਜ ਦੀ ਮਨਮੋਹਣੀ ਸੂਰਤ ਇਸ ਦੇ ਹਿਰਦੇ ਵਿੱਚ ਵਸ ਗਈ। ਦਿਨ ਰਾਤ ਇਸ ਭੁਜੰਗੀ ਦਾ ਖਿਆਲ ਸੰਤ ਜੀ ਮਹਾਰਾਜ ਦੇ ਚਰਨਾਂ ਵਿੱਚ ਰਹੇ। ਕੁਝ ਸਮਾਂ ਇਸ ਤਰ੍ਹਾਂ ਹੀ ਬੀਤ ਗਿਆ। ਕਰਤਾਰ ਦੇ ਭਾਣੇ ਵਿੱਚ ਹੁਕਮ ਸਿੰਘ ਨੂੰ ਚੇਚਕ ਨਿਕਲ ਆਈ। 3 ਮਹੀਨੇ ਬਹੁਤ ਬਿਮਾਰ ਰਿਹਾ। ਅਜੇ ਬਿਮਾਰੀ ਤੋਂ ਉੱਠ ਕੇ ਬਾਹਰ ਆਇਆ ਹੀ ਸੀ। ਇੱਕ ਦਿਨ ਬਿਸ਼ਨ ਦੌਰ ਦੇ ਇੱਕ ਬਜ਼ੁਰਗ, ਜੋ ਗਿਆਨੀ ਸਾਧੂ ਸਿੰਘ ਜੀ ਹੈੱਡਮਾਸਟਰ ਖਾਲਸਾ ਹਾਈ ਸਕੂਲ ਕੋਇਟਾ ਦੇ ਵਿੱਚ ਪਿਤਾ ਸਨ, ਇੱਕ ਹੋਰ ਪ੍ਰੇਮੀ ਨਾਲ ਗੱਲਾਂ ਕਰ ਰਹੇ ਸਨ ਕਿ ਇੱਕ ਬੜੀ ਉੱਤਮ ਅਤੇ ਬਲਵਾਨ ਮੂਰਤ ਸੰਸਾਰ 'ਤੇ ਪ੍ਰਗਟ ਹੋਈ ਹੈ, ਜਿਸ ਨੇ ਘਨੋਏ ਤਪ ਕਰਕੇ ਸੱਚਖੰਡ ਦੀ ਪ੍ਰਾਪਤੀ ਕੀਤੀ ਹੈ। ਹੁਣ ਕਲਯੁਗ ਦੀਆਂ ਅਨੇਕਾਂ ਸੜੀਆਂ ਪੁੱਜੀਆਂ ਰੂਹਾਂ ਨੂੰ ਅੰਮ੍ਰਿਤ ਦੀ ਦਾਤ ਬਖਸ਼ ਕੇ ਹਰੇ ਭਰੇ ਕਰ ਰਹੇ ਹਨ। ਆਓ ਉਹਨਾਂ ਦੇ ਚਰਨਾਂ ਵਿੱਚ ਚੱਲ ਕੇ ਅੰਮ੍ਰਿਤ ਛਕੀਏ ਅਤੇ ਆਪਣੇ ਜਨਮ ਸਫਲ ਕਰੀਏ। ਇਹ ਗੱਲ ਸੁਣ ਕੇ ਭੁਜੰਗੀ ਹੁਕਮ ਸਿੰਘ ਦੇ ਹਿਰਦੇ ਵਿੱਚ ਇੱਕ ਖਾਸ ਖਿੱਚ ਪੈ ਗਈ। ਜਿਸ ਦੀਦਾਰ ਨੂੰ ਉਹ ਕਿੰਨੇ ਚਿਰ ਦਾ ਉਡੀਕਦਾ ਸੀ, ਉਸ ਦੀ ਹੁਣ ਆਸ ਬੱਝ ਪਈ। ਇਹਨਾਂ ਦੋਹਾਂ ਬਜ਼ੁਰਗਾਂ ਦੇ ਨੇੜੇ ਆਇਆ ਅਤੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਦਾਸ ਨੂੰ ਵੀ ਮਹਾਂਪੁਰਖਾਂ ਦੇ ਦਰਸ਼ਨ ਲਈ ਆਪਣੇ ਨਾਲ ਲੈ ਜਾਣਾ, ਪਰ ਮੇਰੀ ਮਾਤਾ ਜੀ ਨੂੰ ਨਾ ਦੱਸਣਾ। ਪ੍ਰੇਮੀਆਂ ਨੇ ਭੁਜੰਗੀ ਦਾ ਤੀਬਰ ਪ੍ਰੇਮ ਦੇਖ ਕੇ ਆਖਿਆ, ਚੰਗਾ, ਕੱਲ ਸਵੇਰੇ ਸਾਡੇ ਨਾਲ ਚੱਲੀ। ਭਾਈ ਹੁਕਮ ਸਿੰਘ ਜੀ ਦੀ ਸਾਰੀ ਰਾਤ ਤਾਂਘ ਵਿੱਚ ਬੀਤ ਗਈ। ਮਨ ਵਿੱਚ ਇਹ ਚਾਅ ਸੀ ਕਿ ਕਦ ਉਹ ਸਮਾਂ ਆਵੇ ਕਿ ਦਰਸ਼ਨ ਕਰਕੇ ਨਿਹਾਲ ਹੋਵਾਂ ਅਤੇ ਅੰਮ੍ਰਿਤ ਛਕ ਕੇ ਆਪਣੇ ਸੁੱਕੇ ਹੋਏ ਹਿਰਦੇ ਨੂੰ ਸੁਰਜੀਤ ਕਰਾਂ। ਸਵੇਰੇ ਹੀ ਪ੍ਰਸ਼ਾਦਾ ਛਕ ਕੇ ਮਾਤਾ ਤੋਂ ਚੋਰੀ ਭੁਜੰਗੀ ਹੁਕਮ ਸਿੰਘ ਇਹਨਾਂ ਗੁਰਮੁਖਾਂ ਨਾਲ ਜਾ ਰਲਿਆ। ਪਿਆਰੇ ਦੇ ਦੀਦਾਰ ਲਈ ਸਾਰੇ ਟੁਰ ਪਏ। ਅਜੇ 100 ਕਦਮ ਹੀ ਚੱਲਿਆ ਸੀ ਕਿ ਕਮਜ਼ੋਰੀ ਕਰਕੇ ਲੱਤਾਂ ਫੁੱਲ ਗਈਆਂ ਅਤੇ ਕਦਮ ਅਗਾਂਹ ਨਾ ਉੱਠੇ। ਭੁਜੰਗੀ ਨੇ ਵੀ ਵਾਹਿਗੁਰੂ ਨੂੰ ਯਾਦ ਕੀਤਾ ਅਤੇ ਸਤਿਗੁਰ ਅੱਗੇ ਅਰਦਾਸ ਕੀਤੀ ਕਿ ਹੇ ਸੱਚੇ ਪਾਤਸ਼ਾਹ, ਆਪਣੇ ਗੁਰਸਿੱਖ ਪਿਆਰੇ ਦੇ ਚਰਨਾਂ ਵਿੱਚ ਅਪੜਨ ਦਾ ਬਲ ਬਖਸ਼। ਅਰਦਾਸ ਕਰਦਿਆਂ ਹੀ ਹਿਰਦੇ ਵਿੱਚ ਸੰਤ ਜੀ ਮਹਾਰਾਜ ਦੀ ਮੂਰਤ ਵਸ ਗਈ। ਉੱਦਮ ਕਰਕੇ ਹੀ ਉੱਠ ਤੁਰਿਆ। ਇਸ ਤਰ੍ਹਾਂ ਮਾਲੂਮ ਹੋਵੇ ਕਿ ਉਸ ਨੂੰ ਕੋਈ ਚੁੱਕ ਕੇ ਲਈ ਜਾਂਦਾ ਹੈ। ਬੜੀ ਹੀ ਛੇਤੀ ਨਾਲ ਦੇ ਪ੍ਰੇਮੀਆਂ ਨਾਲ ਰਲ ਗਿਆ ਅਤੇ ਥੋੜ੍ਹੇ ਚਿਰ ਵਿੱਚ ਮਿਸਾ ਕਸਵਾਲ ਸਟੇਸ਼ਨ 'ਤੇ ਪਹੁੰਚ ਗਿਆ। ਇੱਥੋਂ ਆਪਣੇ ਸਾਥੀਆਂ ਸਮੇਤ ਮਾਨਕਿਆਲੇ ਦਾ ਟਿਕਟ ਲੈ ਕੇ ਗੱਡੀ 'ਤੇ ਚੜ੍ਹ ਗਿਆ। ਜਦ ਇਹ ਮਾਨਕਿਆਲੇ ਗੱਡੀ ਤੋਂ ਉਤਰੇ ਤਾਂ ਬਾਹਰ ਜਾਂਦਿਆਂ ਹੀ ਪਤਾ ਲੱਗਾ ਕਿ ਸੰਤ ਜੀ ਮਹਾਰਾਜ ਡੇਰੇ ਖਾਲਸੇ ਆਏ ਹੋਏ ਹਨ। ਸਿੱਧੇ ਉੱਧਰ ਨੂੰ ਹੀ ਟੁਰ ਪਏ। ਜਦ ਡੇਰੇ ਖਾਲਸੇ ਪਹੁੰਚੇ ਤਦ ਗੁਰਦੁਆਰੇ ਵਿੱਚ ਦੀਵਾਨ ਲੱਗਾ ਹੋਇਆ ਸੀ। ਭੁਜੰਗੀ ਹੁਕਮ ਸਿੰਘ ਦੇ ਚਿੱਤ ਵਿੱਚ ਫੁਰਨਾ ਫੁਰਿਆ ਕਿ ਜੇ ਇਹ ਪੂਰਨ ਸੰਤ ਹੋਏ ਤਾਂ ਮੈਨੂੰ ਅਕਾਲ ਪੁਰਖ ਦਾ ਦਰਸ਼ਨ ਕਰਵਾ ਦੇਣਗੇ। ਸਾਰੀ ਇਸ ਦੇ ਹਿਰਦੇ ਵਿੱਚ ਇਹ ਸੰਕਲਪ ਉੱਠਿਆ ਹੀ ਸੀ ਕਿ ਸੰਤ ਜੀ ਮਹਾਰਾਜ ਨੇ ਇਹ ਸ਼ਬਦ ਕਿਸੇ ਖਾਸ ਰੱਬੀ ਰੰਗ ਵਿੱਚ ਪੜ੍ਹਿਆ, ਏਕ ਓਂਕਾਰ ਸਤਿਗੁਰ ਪ੍ਰਸਾਦ, ਧਨਾਸਰੀ ਮਹੱਲਾ 9ਵਾਂ, ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ, ਰਹਾਓ ਪੋਹਪ ਮਦ ਜਿਉ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਛਾਈ। ਸਾਰੀ ਸੰਗਤ ਤੇ ਪੂਰਨ ਵੈਰਾਗ ਅਤੇ ਵਿਸਮਾਦ ਦੀ ਦਸ਼ਾ ਛਾ ਗਈ ਅਤੇ ਭੁਜੰਗੀ ਦੇ ਹਿਰਦੇ ਤੇ ਐਸੀ ਠੋਕਰ ਵੱਜੀ ਜੋ ਕਹਿਣ ਸੁਣਨ ਤੋਂ ਬਾਅਦ ਸੀ। ਦੂਸਰੇ ਦਿਨ ਇਸਨੇ ਸੰਤ ਜੀ ਮਹਾਰਾਜ ਪਾਸੋਂ ਆਪਣੇ ਸਾਥੀਆਂ ਸਮੇਤ ਅੰਮ੍ਰਿਤ ਛਕਿਆ। ਇਸ ਸਮੇਂ ਇਸ ਦੇ ਸਰੀਰ ਵਿੱਚ ਅਲੌਕਿਕ ਦਸ਼ਾ ਹੋ ਗਈ। ਰੋਮ ਰੋਮ ਵਿੱਚ ਝਰਨਾਹਟ ਛਿੜ ਪਈ ਅਤੇ ਮਨ ਇੱਕ ਅਸਚਰਜ ਰੰਗਣ ਵਿੱਚ ਰੰਗਿਆ ਗਿਆ। ਅੰਮ੍ਰਿਤ ਛਕਣ ਦੇ ਮਗਰੋਂ ਦੂਜੇ ਦਿਨ ਇਹ ਪ੍ਰੇਮੀ ਜਦ ਸੰਤ ਜੀ ਮਹਾਰਾਜ ਦੀ ਆਗਿਆ ਲੈ ਕੇ ਘਰ ਵੱਲ ਟੁਰੇ ਤਾਂ ਅਜੇ ਕੁਝ ਕਦਮ ਹੀ ਅੱਗੇ ਵਧੇ ਸਨ ਕਿ ਭੁਜੰਗੀ ਹੁਕਮ ਸਿੰਘ ਨੂੰ ਇਹ ਗੱਲ ਫੁਰੀ। ਇਸ ਤਰ੍ਹਾਂ ਸ਼ਬਦ ਕਾਹੇ ਰੇ ਬਨ ਖੋਜਨ ਜਾਈ ਸਾਰੇ ਹੀ ਪੜ੍ਹਦੇ ਰਹਿੰਦੇ ਹਨ। ਮੈਨੂੰ ਸੰਤ ਜੀ ਮਹਾਰਾਜ ਨੇ ਰੱਬ ਦਾ ਸਰੂਪ ਨਾ ਦੱਸਿਆ। ਇਸ ਦੇ ਮਨ ਵਿੱਚ ਇਹ ਫੁਰਨਾ ਆਉਣ ਦੀ ਹੀ ਦੇਰ ਸੀ ਕਿ ਸੰਤ ਜੀ ਨੇ ਇਸ ਨੂੰ ਬੜੇ ਪ੍ਰੇਮ ਨਾਲ ਪਿੱਛੇ ਮੋੜ ਲਿਆ। ਜਦ ਇਹ ਮੱਥਾ ਟੇਕ ਕੇ ਬੈਠ ਗਿਆ ਤਦ ਸੰਤ ਜੀ ਨੇ ਇੱਕ ਉਂਗਲੀ ਸਿੱਧੀ ਕੀਤੀ ਅਤੇ ਫਿਰ ਡਿੰਗੀ ਕੀਤੀ ਅਤੇ ਫਰਮਾਇਆ, ਰੱਬ ਇਸ ਤਰ੍ਹਾਂ ਵੀ ਕਰ ਸਕਦਾ ਹੈ ਅਤੇ ਫਿਰ ਇਸ ਤਰ੍ਹਾਂ ਵੀ। ਜਿਨ੍ਹਾਂ ਨੂੰ ਦਰਸ਼ਨ ਦੀ ਤਾਂਘ ਹੋਵੇ ਉਹ ਗੁਰਬਾਣੀ ਪੜ੍ਹਨ, ਸਾਧ ਸੰਗਤ ਦੀ ਨਿਸ਼ਕਾਮ ਸੇਵਾ ਕਰਨ ਅਤੇ ਅਤੁੱਟ ਨਾਮ ਅਭਿਆਸ ਵਿੱਚ ਆਪਣੇ ਆਪ ਨੂੰ ਭੁਲਾ ਦੇਣ। ਤਦ ਉਹਨਾਂ ਨੂੰ ਅਨੁਭਵ ਪ੍ਰਕਾਸ਼ ਹੋ ਜਾਂਦਾ ਹੈ ਅਤੇ ਹਰ ਰੰਗ ਵਿੱਚ ਪਿਆਰਾ ਹੀ ਪਿਆਰਾ ਦਿਸਦਾ ਹੈ। ਸੰਤ ਜੀ ਮਹਾਰਾਜ ਦਾ
ਇਹ ਅਸਚਰਜ ਕੌਤਕ ਦੇਖ ਕੇ ਅਰ ਸੱਚ ਭਰੇ ਬਚਨ ਸੁਣ ਕੇ ਭੁਜੰਗੀ ਹੁਕਮ ਸਿੰਘ ਜੀ ਦੀ ਨਿਸ਼ਾ ਹੋ ਗਈ ਅਤੇ ਇਹ ਆਪਣੇ ਨਗਰ ਆ ਕੇ ਨਾਮ ਬਾਣੀ ਔਰ ਸਾਧ ਸੰਗਤ ਦੀ ਸੇਵਾ ਵਿੱਚ ਜੁਟ ਗਿਆ। ਅਵਸਥਾ ਭਾਵੇਂ ਛੋਟੀ ਸੀ, ਪਰ ਇਸ ਨੂੰ ਪ੍ਰੇਮ ਦੀ ਐਸੀ ਲਗਨ ਲੱਗੀ ਕਿ ਦਿਨ ਰਾਤ ਨਾਮ ਸਿਮਰਨ ਵਿੱਚ ਲੱਗਾ ਰਹੇ ਅਤੇ ਕਿਰਤ ਵਿਰਤ ਵੀ ਧਰਮ ਦੀ ਕਰੇ। ਪੂਰਾ ਬੋਲੇ ਪੂਰਾ ਤੋਲੇ, ਇਹ ਖਾਲਸਾ ਪੰਥ ਦਾ ਸੱਚਾ ਸੁੱਚਾ ਅੰਗ ਬਣ ਗਿਆ। ਪੰਥਕ ਸਮਾਚਾਰ ਇਹ ਬੜੇ ਸ਼ੌਂਕ ਨਾਲ ਪੜ੍ਹਦਾ ਅਤੇ ਹਰ ਪੰਥਕ ਖਬਰ ਗਹੁ ਨਾਲ ਵਿਚਾਰਦਾ। ਇਸ ਦੇ ਦਰਦ ਭਰੇ ਕੋਮਲ ਹਿਰਦੇ ਨੂੰ ਇੱਕ ਦਿਨ ਅਖਬਾਰ ਪੜ੍ਹਦਿਆਂ ਇੱਕ ਡਾਢੀ ਸੱਟ ਵੱਜੀ। ਜਲੰਧਰ ਸ਼ਹਿਰ ਵਿੱਚ ਆਪਣੇ ਖਾਲਸਾ ਭਰਾਵਾਂ ਦੇ ਖੇਸ ਕਤਲ ਹੋਣ ਅਤੇ ਉਹਨਾਂ ਦੇ ਪਵਿੱਤਰ ਰੋਮਾਂ ਦੇ ਰੱਸੇ ਬਣ ਕੇ ਵਿਕਣ ਦੀ ਖਬਰ ਨੇ ਇਸ ਨੂੰ ਬੇਹੱਬਲ ਕਰ ਦਿੱਤਾ। ਇਹ ਵੈਰਾਗ ਵਿੱਚ ਫੁੱਟ ਫੁੱਟ ਕੇ ਰੋਇਆ ਅਤੇ ਇਸ ਦੇ ਅੱਗੇ ਸੰਤ ਜੀ ਮਹਾਰਾਜ ਦੀ ਖਾਲਸਾਈ ਮੂਰਤ ਆ ਗਈ ਤੇ ਹਿਰਦੇ ਵਿੱਚ ਇਹ ਤਾਂਘ ਵੱਜ ਗਈ ਕਿ ਕਦ ਸੰਤ ਜੀ ਮਹਾਰਾਜ ਦੇ ਦਰਸ਼ਨ ਹੋਣ ਅਤੇ ਕਦ ਆਪਣੇ ਦੁੱਖ ਉਹਨਾਂ ਅੱਗੇ ਰੋਵਾਂ। ਬਹੁਤ ਚਿਰ ਦੀ ਸਿੱਕ ਦੇ ਮਗਰੋਂ ਇੱਕ ਦਿਨ ਇਸ ਦੇ ਕੰਨੀ ਇਹ ਸੋ ਪਈ ਕਿ ਸੰਤ ਜੀ ਘਨੋਏ ਆਏ ਹੋਏ ਹਨ। ਖਬਰ ਸੁਣਦਿਆਂ ਹੀ ਇਸ ਨੇ ਅਖਬਾਰ ਖਿੱਸੇ ਵਿੱਚ ਪਾਇਆ ਅਤੇ ਘਨੋਏ ਵੱਲ ਤੁਰ ਪਿਆ। ਜਦ ਇਹ ਘਨੋਏ ਅੱਪੜਿਆ ਤਦ ਸੰਤ ਜੀ ਮਹਾਰਾਜ ਤਪ ਸਥਾਨ ਵਿੱਚ ਭਲਾਈਆਂ ਦੇ ਹੇਠ ਕਰਤਾਰ ਨਾਲ ਲਿਵ ਜੋੜੀ ਬੈਠੇ ਸਨ। ਦੂਰੋਂ ਹੀ ਦਰਸ਼ਨ ਕਰਕੇ ਨਿਹਾਲ ਹੋਇਆ, ਜੋੜੇ ਲਾ ਦਿੱਤੇ ਅਤੇ ਬੜੇ ਅਦਬ ਨਾਲ ਨੰਗੀ ਪੈਰੀ ਅੱਗੇ ਵਧਿਆ। ਰੋਮ ਰੋਮ ਵਿੱਚ ਚਰਨਾਟ ਛਿੜ ਗਈ। ਨੇੜੇ ਪਹੁੰਚ ਕੇ ਚਰਨਾਂ ਤੇ ਸੀਸ ਧਰਿਆ ਤੇ ਚਰਨ ਧੂੜ ਮਸਤਕ ਤੇ ਲਾਈ। ਜਦ ਇਹ ਆਪਣੇ ਆਪ ਨੂੰ ਸੰਭਾਲ ਕੇ ਸੰਤ ਜੀ ਮਹਾਰਾਜ ਦੇ ਸਾਹਮਣੇ ਬੈਠ ਗਿਆ ਤਦ ਸੰਤ ਜੀ ਮੁਸਕਰਾਏ ਅਤੇ ਫਰਮਾਇਆ, ਭਾਈ ਹੁਕਮ ਸਿੰਘ, ਅਖਬਾਰ ਕਿੱਥੇ ਹੈ? ਇਸ ਨੇ ਅੰਦਰਲੇ ਬੋਝੇ ਵਿੱਚੋਂ ਅਖਬਾਰ ਕੱਢ ਕੇ ਪੜ੍ਹਿਆ ਅਤੇ ਆਖਿਆ, ਮਹਾਰਾਜ ਜੀ, ਕਿੰਨਾ ਸਖਤ ਅੰਧੇਰ ਹੈ, ਕਦੀ ਸਾਡਾ ਪਾਸਾ ਵੀ ਪਰਤੇਗਾ। ਇਹ ਸੁਣ ਕੇ ਸੰਤ ਜੀ ਮਹਾਰਾਜ ਦੇ ਚਿਹਰੇ ਤੇ ਇੱਕ ਖਾਸ ਇਲਾਹੀ ਦਮਕ ਆਈ ਅਤੇ ਬੜੇ ਜ਼ੋਰ ਨਾਲ ਬੋਲੇ, ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਜੜ ਪਤਾਲ ਵਿੱਚ ਲੱਗੀ ਹੋਈ ਹੈ, ਇਸ ਨੂੰ ਕੋਈ ਨਹੀਂ ਹਿਲਾ ਸਕਦਾ। ਕਈ ਯਤਨ ਕਰਕੇ ਚਲੇ ਗਏ ਹਨ ਅਤੇ ਕਈ ਚਲੇ ਜਾਣਗੇ, ਪਰ ਗੁਰੂ ਮਹਾਰਾਜ ਜੀ ਦੇ ਘਰ ਦੀ ਖੇਲ ਇੱਕ ਦਿਨ ਪੂਰੀ ਹੋ ਕੇ ਹੀ ਰਹੇਗੀ। ਜੋ ਅਰਸ਼ੀ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਾਕ ਹਨ ਉਹ ਪੂਰੇ ਹੋਣਗੇ ਅਤੇ ਕਲਯੁਗ ਵਿੱਚ ਸਤਯੁਗ ਵਰਤੇਗਾ। ਘਨੋਏ ਵਿੱਚ ਸੰਤ ਜੀ ਨੇ ਹਜ਼ੂਰ ਸਾਹਿਬ ਵਿਖੇ ਜਦ ਸਰੀਰ ਤੋਂ ਉਪਰਾਮ ਹੋ ਕੇ ਪ੍ਰੇਮ ਦੇ ਹੁਲਾਰੇ ਵਿੱਚ ਗੋਦਾਵਰੀ ਵਿੱਚ ਛਾਲ ਮਾਰੀ ਸੀ ਤਦ ਕਿਸੇ ਨੇ ਅਸ਼ੋਪ ਹੀ ਬਾਹਰ ਕੱਢ ਦਿੱਤਾ ਸੀ ਅਤੇ ਹੁਕਮ ਹੋਇਆ ਸੀ, ਤੁਸਾਂ ਤਾਂ ਦੇਸ਼ ਵਿੱਚ ਨਾਮ ਬਾਣੀ ਦਾ ਅੰਮ੍ਰਿਤ ਪ੍ਰਵਾਹ ਚਲਾਉਣਾ ਹੈ। ਇਸ ਦੇਹੀ ਨੂੰ ਅਜੇ ਛੱਡਣ ਦਾ ਵੇਲਾ ਨਹੀਂ। ਉਸ ਅਕਾਲੀ ਹੁਕਮ ਦੇ ਪੂਰਾ ਕਰਨ ਦਾ ਹੁਣ ਵਕਤ ਆ ਗਿਆ ਸੀ। ਪੋਠੋਹਾਰ ਵਿੱਚ ਤਾਂ ਅੱਗੇ ਆਪ ਪ੍ਰਗਟ ਹੀ ਸਨ, ਹੁਣ ਕਰਤਾਰ ਨੇ ਇਸ ਨੂੰ ਵਧਾਉਣ ਦੀ ਵਿਧੀ ਰਚ ਦਿੱਤੀ। ਘਨੋਏ ਵਿੱਚ ਮਾਈ ਭਾਗਪਰੀ ਅਤੇ ਭੁਜੰਗੀ ਹੀਰਾ ਸਿੰਘ ਦਾ ਪ੍ਰੇਮ ਪੂਰਾ ਕਰਕੇ ਆਪ ਜਥੇ ਸਮੇਤ ਪੰਜਾ ਸਾਹਿਬ ਪੁੱਜੇ। ਅੱਗੇ ਪਰਮ ਹੰਸਾ ਦੀ ਇੱਕ ਜਮਾਤ ਉਤਰੀ ਹੋਈ ਸੀ। ਇਹਨਾਂ ਵਿੱਚ ਸਵਾਮੀ ਆਸਾਨੰਦ ਸੀ ਅਤੇ ਸਵਾਮੀ ਚਿਤਾਨੰਦ ਜੀ ਮੁਖੀ ਸਨ। ਇਹਨਾਂ ਤੋਂ ਛੁੱਟ 50 ਮੂਰਤੀਆਂ ਹੋਰ ਸਨ। ਗੁਰਦੁਆਰੇ ਸਾਹਿਬ ਦੀਆਂ ਸਾਰੀਆਂ ਕੁਟੀਆਂ ਭਰੀਆਂ ਪਈਆਂ ਸਨ। ਕੋਈ ਜਗ੍ਹਾ ਸੰਤ ਜੀ ਦੇ ਡੇਰੇ ਵਾਸਤੇ ਨਹੀਂ ਸੀ, ਪਰ ਹੰਸਾ ਦੇ ਮਹੰਤ ਸਵਾਮੀ ਸ਼੍ਰੀ ਆਸਾਨੰਦ ਜੀ ਨੇ ਸੰਤ ਜੀ ਨੂੰ ਆਪਣੇ ਖਾਸ ਪਲੰਗ ਤੇ ਬਿਠਾਇਆ ਤੇ ਆਪ ਹੇਠਾਂ ਸੱਜ ਗਏ। ਪਲੰਗ ਤੇ ਬੈਠਦੇ ਹੀ ਸੰਤ ਜੀ ਅੰਤਰ ਧਿਆਨ ਹੋ ਗਏ ਤੇ ਮਗਨ ਹੋਏ ਬੈਠੇ ਰਹੇ। ਚਿਹਰੇ ਤੇ ਇੱਕ ਖਾਸ ਇਲਾਹੀ ਨੂਰ ਸੀ। ਇੱਕ ਐਸਾ ਪ੍ਰਕਾਸ਼ ਹੋਇਆ ਕਿ ਸਾਰੇ ਸਾਧੂ ਚਕਿਤ ਰਹਿ ਗਏ। ਸਾਰੀ ਸੰਗਤ ਵਿੱਚ ਵਿਸਮਾਦ ਦੀ ਰੰਗਣ ਚੜ੍ਹ ਗਈ। ਸ਼ਹਿਰ ਵਿੱਚ ਸੰਤ ਜੀ ਮਹਾਰਾਜ ਦੇ ਆਉਣ ਦੀ ਖਬਰ ਬਿਜਲੀ ਵਾਂਗ ਫੈਲ ਗਈ। ਬੇਅੰਤ ਸੰਗਤ ਇਕੱਠੀ ਹੋ ਗਈ ਅਤੇ ਜਥੇ ਸਮੇਤ ਸੰਤ ਜੀ ਮਹਾਰਾਜ ਨੂੰ ਸ਼ਹਿਰ ਲੈ ਗਈ। ਸਰਦਾਰ ਈਸ਼ਰ ਸਿੰਘ ਨੇ ਪਹਾੜੀ ਪਾਸ ਆਪਣੇ ਮਕਾਨ ਵਿੱਚ ਆਸਣ ਕਰਾਇਆ। ਨਿਤਨੇਮ ਆਸਾ ਦੀ ਵਾਰ ਅਤੇ ਸੋਧਰ ਦਾ ਦੀਵਾਨ ਗੁਰੂ ਨਾਨਕ ਸਾਹਿਬ ਦੇ ਪੰਜੇ ਦੀ ਹਜ਼ੂਰੀ ਵਿੱਚ ਕਰਦੇ। ਬੇਅੰਤ ਸੰਗਤ ਦਰਸ਼ਨ ਕਰਨ ਆਉਂਦੀ। ਇੱਕ ਸਮੇਂ ਸੰਤ ਜੀ ਮਹਾਰਾਜ ਭਾਈ ਨਾਰਾਇਣ ਸਿੰਘ ਸਰੰਦੇ ਵਾਲੇ ਅਤੇ ਬੂਟਾ ਸਿੰਘ ਜੀ ਰਾਗੀ ਕੀਰਤਨ ਕਰਦੇ ਸਨ। ਬਹੁਤ ਸਮਾਂ ਸੰਤ ਜੀ ਸਰੋਤੇ ਰਹਿੰਦੇ। ਰਾਗੀ ਨਾਰਾਇਣ ਸਿੰਘ ਜੀ ਕੀਰਤਨ ਕਰਦੇ ਤੇ ਸੰਤ ਜੀ ਮਹਾਰਾਜ ਚਿਹਰੇ ਤੇ ਰੁਮਾਲ ਪਾ ਕੇ ਵੈਰਾਗ ਵਿੱਚ ਰੋਈ ਜਾਂਦੇ। ਜਦ ਕਦੇ ਸ਼ਬਦ ਦੀ ਲਹਿਰ ਆਉਂਦੀ ਤਦ ਰਾਗ ਵਿੱਚ ਕੀਰਤਨ ਕਰਦੇ। ਸੰਤ ਜੀ ਦੀ ਸੁਰ ਪੰਚਮ ਵਿੱਚ ਸੀ। ਵੈਰਾਗ, ਨਾਮ ਰਸ ਤੇ ਪ੍ਰੇਮ ਰਸ ਦੀ ਉਹ ਅਦੁੱਤੀ ਲਹਿਰ ਚੱਲਦੀ ਕਿ ਸਰੋਤਿਆਂ ਦੀ ਸੁਰਤ ਸਰੀਰੋਂ ਉੱਚੀ ਹੋ ਸ਼ਬਦ ਸੁਰਤ ਵਿੱਚ ਜੁੜ ਜਾਂਦੀ ਅਤੇ ਆਪ ਅੰਮਿਓ ਚਲੇ ਝਰਨੇ ਦੇ ਮਹਾਵਾਕ ਅਨੁਸਾਰ ਨਿੱਜਰ ਝਰਨਿਆਂ ਵਿੱਚ ਵਹਿ ਤੁਰਦੇ।
ਕਈ ਦਿਨ ਇਹ ਪਰਮ ਪਵਿੱਤਰ ਲਹਿਰ ਪੰਜਾ ਸਾਹਿਬ ਦੀ ਪਾਵਨ ਧਰਤੀ ਵਿੱਚ ਚੱਲਦੀ ਰਹੀ। ਵਾਹਿਗੁਰੂ ਦੇ ਹੁਕਮ ਵਿੱਚ ਗਿਆਨੀ ਸੰਤ ਸ਼ਾਮ ਸਿੰਘ ਜੀ ਮਹਾਰਾਜ ਅੰਮ੍ਰਿਤਸਰ ਵਾਲੇ ਯਾਤਰਾ ਲਈ ਇੱਥੇ ਆਏ। ਦੋਹਾਂ ਉੱਚ ਹਸਤੀਆਂ ਦਾ ਆਸਾ ਦੀਵਾਰ ਦੇ ਦੀਵਾਨ ਵਿੱਚ ਮੇਲ ਹੋਇਆ। ਤਾਰ ਨਾਲ ਤਾਰ ਖੜਕੀ। ਭੋਗ ਮਗਰੋਂ ਪਰਸਪਰ ਮੇਲ ਹੋਇਆ ਤੇ ਪ੍ਰੇਮ ਦੇ ਬਚਨ ਬਿਲਾਸ ਹੋਏ। ਇਸ ਤਰ੍ਹਾਂ ਕਈ ਦਿਨ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਨਾਮ ਰਸ ਅਤੇ ਸ਼ਬਦ ਰੰਗ ਨੂੰ ਮਾਣਦੇ ਰਹੇ ਤੇ ਆਪਸ ਵਿੱਚ ਅੰਤਰਾਤਮੇ ਡੂੰਘਾ ਪਿਆਰ ਹੋ ਗਿਆ। ਹੁਣ ਬਾਬਾ ਸ਼ਾਮ ਸਿੰਘ ਜੀ ਨੇ ਅੰਮ੍ਰਿਤਸਰ ਨੂੰ ਜਾਣ ਦੀ ਤਿਆਰੀ ਕੀਤੀ। ਟੁਰਨ ਸਮੇਂ ਸੰਤ ਜੀ ਨੂੰ ਪ੍ਰੇਮ ਨਾਲ ਅੰਮ੍ਰਿਤਸਰ ਆਉਣ ਵਾਸਤੇ ਬੇਨਤੀ ਕੀਤੀ। ਸੰਤ ਜੀ ਨੇ ਆਖਿਆ, ਆਪ ਅੱਗੇ ਅੱਗੇ ਚੱਲੋ, ਅਸੀਂ ਮਗਰ ਪਹੁੰਚ ਜਾਂਦੇ ਹਾਂ। ਬਾਬਾ ਜੀ ਤਾਂ ਦੂਸਰੇ ਦਿਨ ਅੰਮ੍ਰਿਤਸਰ ਪਹੁੰਚ ਗਏ ਤੇ ਸਖਤ ਬਿਮਾਰ ਹੋ ਗਏ। ਇੱਧਰ ਸੰਤ ਜੀ ਨੂੰ ਉਹਨਾਂ ਦੇ ਪ੍ਰੇਮ ਦੀ ਇੰਨੀ ਖਿੱਚ ਪਈ ਕਿ ਇੱਕ ਦਿਨ ਇਕੱਲੇ ਹੀ ਗੱਡੀ ਜਾ ਚੜੇ ਅਤੇ ਅੰਮ੍ਰਿਤਸਰ ਆ ਪੁੱਜੇ। ਗੁਰੂ ਕੇ ਬਾਗ ਵਿੱਚ ਇੱਕ ਦਰਖਤ ਹੇਠ ਆਸਨ ਸਜਾ ਲਿਆ। ਸੁਦਾਸਰ ਇਸ਼ਨਾਨ ਕਰਕੇ ਹਰਿਮੰਦਰ ਸਾਹਿਬ ਦਾ ਦੀਦਾਰ ਕੀਤਾ ਅਤੇ ਭੋਗ ਮਗਰੋਂ ਆਪਣੇ ਆਸਨ ਤੇ ਆ ਬਿਰਾਜੇ। ਇੱਕ ਰਸ ਨਿਜਾਨੰਦ ਮਗਨ ਬੈਠਿਆ ਦੁਪਹਿਰ ਹੋ ਗਈ। ਜਦ ਭੁੱਖ ਲੱਗੀ ਤਦ ਕਬੀਰ ਜੀ ਦਾ ਮਹਾਵਾਕ ਯਾਦ ਆਇਆ। ਕਬੀਰ ਭਲੀ ਮਧੁਕਰੀ ਨਾਨਾ ਬਿਦ ਕੋ ਨਾਜ, ਦਾਵਾ ਕਾਹੂ ਕੋ ਨਹੀਂ ਬੜਾ ਦੇਸ ਬੜਰਾਜ। ਕਈ ਮਾਈਆਂ ਨੇ ਫਲ ਤੇ ਮਾਇਆ ਮੱਥਾ ਟੇਕਿਆ। ਸੰਤ ਜੀ ਨੇ ਫਲ ਛਕੇ ਤੇ ਵਰਤਾਏ, ਪਰ ਮਾਇਆ ਉੱਥੇ ਹੀ ਪਈ ਰਹੀ। ਉੱਠ ਕੇ ਬਾਗੋਂ ਬਾਹਰ ਵੱਲ ਤੁਰੇ ਤੇ ਗਲੀ ਵਿੱਚ ਜਾ ਵੜੇ। ਅਵਸਥਾ ਭਰ ਜੋਬਨ ਦੀ ਸੀ, ਸਰੀਰ ਸਡੋਲ, ਚਿਹਰੇ ਵਿੱਚੋਂ ਲਾਲੀ, ਦੱਬੇ ਹੋਏ ਸੋਮੇ ਵੱਤ ਫੁੱਟ ਨਿਕਲਦੀ ਸੀ। ਇਸ ਨੂਰ ਭਰੇ ਚਿਹਰੇ ਤੇ ਉਹ ਜਲਾਲ ਸੀ ਜੋ ਹੋਰ ਚਿਹਰਿਆਂ ਤੇ ਕਦੇ ਘੱਟ ਆਉਂਦਾ। ਚੁਪੀਤੇ ਹੀ ਇੱਕ ਘਰ ਪਾਸ ਖਲੋ ਗਏ। ਮਨ ਸੱਦਾ ਕਰਨੋਂ ਕੁਝ ਸੰਕੋਚਿਆ। ਇਸ ਵਕਤ ਕੁਝ ਕੁ ਬੀਬੀਆਂ ਨੇ ਇੱਕ ਸੁੰਦਰ ਨੌਜਵਾਨ ਨੂੰ ਖੜਾ ਦੇਖ ਕੇ ਆਖਿਆ, ਵੇ ਕਿਧਰੇ ਕਿਸੇ ਕੁੜੀ ਨੂੰ ਨਾ ਕੱਢ ਲਿਜਾਈਂ। ਇਹ ਸੁਣ ਕੇ ਸੰਤਾਂ ਕੋਈ ਜਵਾਬ ਨਾ ਦਿੱਤਾ, ਅਡੋਲ ਸ਼ਾਂਤ ਸਰੂਪ ਖੜੇ ਰਹੇ। ਬੀਬੀਆਂ ਦੀ ਗੱਲ ਸੁਣ ਕੇ ਬੀਬੀ ਈਸ਼ਰ ਕੌਰ ਜੀ ਘਰੋਂ ਬਾਹਰ ਆਏ, ਨਮਸਕਾਰ ਕੀਤੀ ਤੇ ਅੰਦਰ ਲੈ ਗਏ ਅਤੇ ਪ੍ਰਸ਼ਾਦ ਵਾਸਤੇ ਬੇਨਤੀ ਕੀਤੀ। ਸੰਤ ਜੀ ਚੁਪੀਤੇ ਹੀ ਤੁਰ ਪਏ ਅਤੇ ਪ੍ਰਸ਼ਾਦ ਛਕ ਕੇ ਆਸਨ ਪਰ ਆ ਬਿਰਾਜੇ। ਜਥੇ ਦੇ ਸਰੀਰਾਂ ਨੂੰ ਪਤਾ ਸੀ ਆਪ ਨੇ ਬਾਬਾ ਸ਼ਾਮ ਸਿੰਘ ਜੀ ਨਾਲ ਅੰਮ੍ਰਿਤਸਰ ਜਾਣ ਦਾ ਬਚਨ ਕੀਤਾ ਸੀ। ਜਦ ਸੰਤਾਂ ਨੂੰ ਅੰਮ੍ਰਿਤ ਵੇਲੇ ਨਾ ਤੱਕਿਆ ਤਦ ਜਾਣ ਗਏ ਕਿ ਆਪ ਅੰਮ੍ਰਿਤਸਰ ਚਲੇ ਗਏ ਹੋ। ਪਹਿਲੀ ਹੀ ਗੱਡੀ ਸਵਾਰ ਹੋ ਅੰਮ੍ਰਿਤਸਰ ਪੁੱਜੇ ਅਤੇ ਗੁਰੂ ਕੇ ਬਾਗ ਵਿੱਚ ਸੰਤਾਂ ਨੂੰ ਆ ਢੂੰਡਿਆ। ਦੂਸਰੇ ਦਿਨ ਜਦ ਸੰਤ ਜੀ ਸੰਤ ਬਾਬਾ ਸ਼ਾਮ ਸਿੰਘ ਜੀ ਪਾਸ ਗਏ ਤਦ ਬਾਬਾ ਜੀ ਮੰਜੇ ਤੇ ਪਏ ਸਨ। ਸੰਤ ਜੀ ਪ੍ਰੇਮ ਨਾਲ ਆ ਬੈਠੇ ਅਤੇ ਖਬਰ ਸੁਰਤ ਪੁੱਛੀ ਤੇ ਬਾਬਾ ਜੀ ਨੇ ਉੱਤਰ ਦਿੱਤਾ, ਦੁੱਖ ਨਾਹੀ ਸਭ ਸੁੱਖ ਹੀ ਹੈ, ਰੇ ਏਕੈ ਏਕੀ ਨੇਤੈ। ਕੁਝ ਸਮਾਂ ਦਰਸ਼ਨ ਦੇ ਆਨੰਦ ਵਿੱਚ ਮਗਨ ਰਹੇ। ਫਿਰ ਸੰਤ ਜੀ ਮਹਾਰਾਜ ਦਾ ਡੇਰਾ ਸਰਦਾਰ ਆਤਮਾ ਸਿੰਘ ਦੀ ਸਿੰਧੀ ਦੇ ਬੂੰਗੇ ਕਰਾਇਆ। ਹਰ ਰੋਜ਼ ਮੰਜੀ ਸਾਹਿਬ ਤੇ ਸ਼੍ਰੀ ਅਕਾਲ ਤਖਤ ਸਾਹਿਬ ਆਸਾ ਦੀ ਵਾਰ ਤੇ ਸੋਧਰ ਦੇ ਦੀਵਾਨ ਸਜਦੇ। ਸੰਗਤਾਂ ਹੁਮਾ ਕੇ ਦਰਸ਼ਨ ਲਈ ਆਉਂਦੀਆਂ। ਨਾਮ ਬਾਣੀ ਦਾ ਅਟੁੱਟ ਪ੍ਰਵਾਹ ਚੱਲਿਆ ਅਤੇ ਬੇਅੰਤ ਭਾਗ ਭਰੇ ਮਾਈ ਭਾਈ ਨੇ ਅੰਮ੍ਰਿਤਪਾਨ ਕੀਤਾ। ਪੁਜਾਰੀ ਸੰਤਾਂ ਦੀ ਮਹਿਮਾ ਦੇਖ ਕੇ ਸਹਾਰ ਨਾ ਸਕੇ। ਇੱਕ ਦਿਨ ਜਦ ਜਥਾ ਕੀਰਤਨ ਕਰਦਾ ਸੀ, ਭਾਈ ਬੂੜ ਸਿੰਘ ਨੇ ਕੁਝ ਟੋਕ ਟਕਾਈ ਕੀਤੀ ਅਤੇ ਕਠੋਰ ਬਚਨ ਵੀ ਬੋਲੇ, ਪਰ ਸ਼ਾਂਤ ਸਰੂਪ ਸੰਤ ਜੀ ਮਹਾਰਾਜ ਦੇ ਮਨ ਵਿੱਚ ਕੋਈ ਫਰਕ ਨਾ ਆਇਆ। ਆਪ ਚੁਪੀਤੇ ਹੀ ਉੱਠੇ ਤੇ ਸੋਹਲਾਂ ਦੇ ਬੂੰਗੇ ਅੱਗੇ ਆ ਦੀਵਾਨ ਸਜਾਇਆ। ਹੁਣ ਪੁਜਾਰੀਆਂ ਨੂੰ ਵੀ ਭਾਸ ਗਿਆ ਕਿ ਆਪ ਤਾਕਤ ਵਾਲੇ ਹਨ, ਸੋ ਉਹਨਾਂ ਮਾਫੀ ਮੰਗ ਲਈ। ਸੰਤ ਜੀ ਮਹਾਰਾਜ ਨੇ ਆਪਣੇ ਸੁਭਾਅ ਅਨੁਸਾਰ ਉੱਤਰ ਦਿੱਤਾ, ਭਾਈ ਅਸੀਂ ਗੁਰੂ ਨਾਨਕ ਪਾਤਸ਼ਾਹ ਦੇ ਕੁੱਤੇ ਹਾਂ। ਕੋਈ ਪਿਆਰ ਕਰੇ ਤਾਂ ਪੂਛਲ ਹਿਲਾਉਂਦੇ ਨੇੜੇ ਹੋ ਬੈਠੇ, ਨਹੀਂ ਤਾਂ ਦੂਰ ਹੋ ਗਏ। ਇਹ ਨਿਮਰਤਾ ਭਰੇ ਅਤੇ ਉੱਚ ਅਵਸਥਾ ਦੇ ਬਚਨ ਸੁਣ ਕੇ ਸੰਗਤ ਦਾ ਮਨ ਦਰਵ ਗਿਆ ਅਤੇ ਸੀਲ ਸੁਭਾਅ ਤੋਂ ਨਿਸ਼ਾਵਰ ਹੋ ਗਏ। ਦੀਵਾਨ ਦੇ ਭੋਗ ਮਗਰੋਂ ਜਦ ਸੰਤ ਜੀ ਮਹਾਰਾਜ ਹਰਿਮੰਦਰ ਸਾਹਿਬ ਨਮਸਕਾਰ ਕਰਨ ਜਾਂਦੇ ਤਦ ਕਿਤਨਾ ਚਿਰ ਆਪਣੇ ਮੱਥੇ ਨੂੰ ਰਗੜੀ ਜਾਂਦੇ। ਇਸ ਤਰ੍ਹਾਂ ਮੱਥੇ ਤੇ ਇੱਕ ਦਮੜੀ ਜਿੱਡਾ ਕਾਲਾ ਦਾਗ ਪੈ ਗਿਆ। ਇੱਕ ਦਿਨ ਜਦ ਮਹਾਰਾਜ ਦੇ ਚਰਨਾਂ ਵਿੱਚ ਆਪਣੇ ਨਿੱਤ ਕਰਮ ਅਨੁਸਾਰ ਮੱਥਾ ਟੇਕ ਰਹੇ ਸਨ ਤਦ ਗਿਆਨੀ ਠਾਕਰ ਸਿੰਘ ਜੀ ਦਰਸ਼ਨ ਵਾਸਤੇ ਆ ਪੁੱਜੇ। ਆਪ ਮਹਾਰਾਜ ਜੀ ਨੂੰ ਮੱਥਾ ਟੇਕ ਸੰਤਾਂ ਪਾਸ ਖੜੇ ਹੋ ਕੇ ਦੇਖਦੇ ਰਹੇ। ਅੱਧੀ ਘੜੀ ਪਿੱਛੋਂ ਸੰਤ ਜੀ ਮਹਾਰਾਜ ਨੇ ਧਰਤੀ ਤੋਂ ਸੀਸ ਚੁੱਕਿਆ ਅਤੇ ਹੱਥ ਜੋੜ ਕੇ ਖਲੋ ਗਏ। ਗਿਆਨੀ ਜੀ ਨੇ ਅਦਬ ਨਿਮਰਤਾ ਭਰੇ ਪਿਆਰ ਤੇ ਸਤਿਕਾਰ ਨਾਲ ਪੁੱਛਿਆ, ਮਹਾਰਾਜ ਆਪ ਇੰਨਾ ਚਿਰ ਕਿਉਂ ਮੱਥਾ ਰਗੜੀ ਜਾਂਦੇ ਹੋ? ਬਖਸ਼ੀਆਂ ਹੋਈਆਂ ਰੂਹਾਂ ਨੂੰ ਕੀ ਲੋੜ ਜੋ ਮੱਥੇ ਰਗੜਨ? ਇਹ ਸੁਣ ਕੇ ਆਪ ਜੀ ਦੇ ਨੇਤਰਾਂ ਵਿੱਚੋਂ ਜਲ ਦੀ ਗੰਗਾ ਵਹਿ ਤੁਰੀ
ਅਤੇ ਵੈਰਾਗ ਭਰੇ ਅਮੋਲ ਬਚਨਾਂ ਦੁਆਰਾ ਉੱਤਰ ਦਿੱਤਾ। ਗਿਆਨੀ ਜੀ, ਜਦ ਅਸੀਂ ਪਰਿਕਰਮਾ ਵਿੱਚੋਂ ਲੰਘਦੇ ਹਾਂ ਤਦ ਅਨੇਕਾਂ ਮਾਈ ਭਾਈ ਇਸ ਗੰਦੇ ਖਲੜੇ ਨੂੰ ਨਮਸਕਾਰਾਂ ਕਰਦੇ ਹਨ। ਅਸੀਂ ਸੰਗਤ ਦਾ ਉਹ ਖਿਰਾਜ ਗੁਰੂ ਸੱਚੇ ਪਾਤਸ਼ਾਹ ਦੀ ਹਜ਼ੂਰੀ ਵਿੱਚ ਪਹੁੰਚਾਉਂਦੇ ਹਾਂ। ਸੰਤ ਬਾਬਾ ਸ਼ਾਮ ਸਿੰਘ ਜੀ ਹੁਣ ਰਾਜੀ ਹੋ ਗਏ। ਆਪ ਰੋਜ਼ ਹੀ ਸੰਤਾਂ ਪਾਸ ਦੀਵਾਨ ਵਿੱਚ ਆਉਂਦੇ ਅਤੇ ਕੀਰਤਨ ਦਾ ਅਦੁੱਤੀ ਰੰਗ ਮਾਣਦੇ। ਦੋਹਾਂ ਅਪਾਰ ਰੂਹਾਂ ਦਾ ਆਪਸ ਵਿੱਚ ਅਟੁੱਟ ਪਿਆਰ ਹੋ ਗਿਆ। ਇੱਥੋਂ ਤੀਕ ਕਿ ਇੱਕ ਦੂਜੇ ਤੋਂ ਜਾਨ ਨਿਸ਼ਾਵਰ ਕਰਨ ਲੱਗੇ। ਇੱਕ ਦਿਨ ਸੰਤ ਜੀ ਮਹਾਰਾਜ ਆਪਣੇ ਡੇਰੇ ਬਿਰਾਜਮਾਨ ਸਨ ਕਿ ਸ਼ਾਮ ਵੇਲੇ ਬਾਬਾ ਸ਼ਾਮ ਸਿੰਘ ਜੀ ਵਾਜੇ ਗਾਜੇ ਨਾਲ 11 ਚੰਗੇਰਾਂ, ਛੁਹਾਰੇ, ਬਦਾਮ, ਮੇਵਾ, ਗਰੀ, ਖੋਪਾ ਆਦਿ ਲੈ ਕੇ ਹਾਜ਼ਰ ਹੋਏ। ਸੰਤ ਜੀ ਮਹਾਰਾਜ ਨੂੰ ਨਮਸਕਾਰ ਕਰਕੇ ਸਾਹਮਣੇ ਬੈਠ ਗਏ ਅਤੇ 5 ਪੈਸੇ ਤੇ 1 ਨਾਰੀਅਲ ਭੇਟਾ ਰੱਖਿਆ। ਬੜੇ ਨਿਮਰਤਾ ਭਰੇ ਬਚਨਾਂ ਨਾਲ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ। ਸੰਤ ਜੀ ਮਹਾਰਾਜ ਕਹਿਣ ਲੱਗੇ, ਬਾਬਾ ਜੀ, ਆਪ ਤੇ ਅਕਾਲ ਮੂਰਤ ਵਾਹਿਗੁਰੂ ਦੀ ਅਪਾਰ ਮਿਹਰ ਹੈ, ਮੈਂ ਕੀ ਚੀਜ਼ ਹਾਂ। ਪਰ ਬਾਬਾ ਜੀ ਨੇ ਅਤੀ ਅਧੀਨਗੀ ਸਹਿਤ ਬਚਨ ਕੀਤਾ, ਨਹੀਂ ਹਜ਼ੂਰ, ਆਪ ਬਖਸ਼ਿੰਦ ਹੋ, ਜ਼ਰੂਰ ਬਖਸ਼ੋ। ਬਾਬਾ ਜੀ ਦੀ ਪ੍ਰੇਮ ਅਤੇ ਵੈਰਾਗ ਭਰੀ ਅਵਸਥਾ ਦੇਖ ਕੇ ਸੰਤ ਜੀ ਨੇ ਗੁਰੂ ਮੰਤਰ ਦਾ ਜਾਪ ਦੱਸਿਆ। ਸੌਂਦੇ ਹੀ ਬਾਬਾ ਜੀ ਦੇ ਸਰੀਰ ਵਿੱਚ ਤਾਰਵਤ ਝਰਨਾਹਟ ਜਿਹੀ ਫਿਰੀ। ਰੋਮ ਖੜੇ ਹੋਏ ਤੇ ਸਿਮਰਨ ਦੀ ਰੋਂ ਸਮੁੰਦਰ ਵੱਤ ਠਾਠਾ ਮਾਰ ਉੱਠੀ। ਆਪ ਉੱਠੇ ਤੇ ਨਮਸਕਾਰ ਕਰਕੇ ਡੇਰੇ ਪਹੁੰਚੇ। ਇਸ ਤੋਂ ਪਿੱਛੋਂ ਸਿਮਰਨ ਦੀ ਰੋਂ ਸਦਾ ਜਾਰੀ ਰਹੀ। ਬਾਬਾ ਜੀ ਹਰਿਮੰਦਰ ਸਾਹਿਬ ਦੇ ਗੁਪਤ ਗ੍ਰੰਥੀ ਸਨ। ਸਾਰੀ ਆਯੂ ਕੀਰਤਨ ਦੀ ਪਹਿਲੀ ਚੌਂਕੀ ਕਰਦੇ ਰਹੇ। ਇਸ ਗੁਪਤ ਕਲਾ ਦੁਆਰਾ ਇਹਨਾਂ ਨੇ ਸੰਤ ਜੀ ਮਹਾਰਾਜ ਨੂੰ ਸਤਨਾਮ ਦਾ ਚੱਕਰ ਚਲਾਉਣ ਲਈ ਮਹਾਂਪੁਰਸ਼ ਅਸਥਾਪਨ ਕੀਤਾ ਅਤੇ ਦੁਨੀਆ ਨੂੰ ਪ੍ਰਗਟ ਕੀਤਾ ਕਿ ਗੁਰਮੁਖਾਂ ਦੁਆਰਾ ਨਾਮ ਸਿਮਰਨ ਦੀ ਜੁਗਤ ਪੁੱਛਣੀ ਜ਼ਰੂਰੀ ਹੈ। ਇੱਕ ਦਿਨ ਸ੍ਰੀ ਅਕਾਲ ਤਖਤ ਸਾਹਿਬ ਸੋਧਰ ਦਾ ਦੀਵਾਨ ਸੱਜਿਆ ਹੋਇਆ ਸੀ। ਜਦ ਰਹਿਰਾਸ ਦਾ ਭੋਗ ਪਿਆ ਤਦ ਅਰਦਾਸ ਮਗਰੋਂ ਬਾਬਾ ਸ਼ਾਮ ਸਿੰਘ ਜੀ ਖੜੇ ਹੋ ਗਏ ਅਤੇ ਆਖਿਆ ਕਿ ਇੱਕ ਅਰਜ਼ ਹੈ। ਸੰਤ ਜੀ ਨੇ ਆਖਿਆ, ਕੀ ਹੁਕਮ ਹੈ? ਤੁਹਾਡਾ ਹੁਕਮ ਤਾਂ ਜਮਰਾਜ ਨਹੀਂ ਮੋੜ ਸਕਦਾ, ਆਦਮੀ ਦੀ ਤਾਂ ਗੱਲ ਹੀ ਕੀ ਹੈ। ਬਾਬਾ ਜੀ ਨੇ ਫਰਮਾਇਆ ਕਿ ਸਵੇਰ ਦਾ ਦੀਵਾਨ ਵੀ ਸ੍ਰੀ ਅਕਾਲ ਤਖਤ ਸਾਹਿਬ ਹੀ ਸਾਜਿਆ ਕਰੋ। ਸੰਤ ਜੀ ਨੇ ਅਦਬ ਸਹਿਤ ਬਚਨ ਕੀਤਾ, ਸਤ ਬਚਨ। ਇੱਕ ਦਿਨ ਪ੍ਰਸਾਦ ਹਰਨਾਮ ਸਿੰਘ ਜੀ ਵੈਦ ਦੇ ਘਰ ਸੀ। ਸੰਤ ਜੀ ਅਤੇ ਬਾਬਾ ਸ਼ਾਮ ਸਿੰਘ ਜੀ ਨੂੰ ਸੱਦਿਆ ਗਿਆ। ਜਦ ਪਰਸਪਰ ਮਿਲਾਪ ਹੋਇਆ ਤਦ ਬਾਬਾ ਜੀ ਨੇ ਨਮਸਕਾਰ ਕੀਤੀ ਅਤੇ ਸੰਤ ਜੀ ਨੇ ਵੀ ਉਹਨਾਂ ਦੇ ਚਰਨ ਪਰਸੇ। ਜਦ ਸੰਤ ਜੀ ਘਨੋਏ ਤੋਂ ਪੰਜਾ ਸਾਹਿਬ ਜਾਣ ਲੱਗੇ ਤਦ ਮਾਈ ਭਾਗਪਰੀ ਨੂੰ ਖਾਸ ਰੰਗ ਵਿੱਚ ਆਖਿਆ, ਭੁਜੰਗੀ ਹੀਰਾ ਸਿੰਘ ਨੂੰ ਸਾਡਾ ਰੂਪ ਹੀ ਸਮਝਣਾ। ਮਾਈ ਮਹਾਂਪੁਰਖਾਂ ਦੀ ਰਮਝ ਨਾ ਸਮਝ ਸਕੀ ਅਤੇ ਮੋਹ ਅਧੀਨ ਹੋ ਕੇ ਮੁੰਡੇ ਦੀ ਕੜਮਾਈ ਕਰ ਬੈਠੀ। ਕਰਤਾਰ ਦੀ ਕੁਦਰਤ, ਭੁਜੰਗੀ ਮਰ ਗਿਆ। ਮਾਈ ਭਾਗਪਰੀ ਤੇ ਨੰਦ ਸਿੰਘ ਜੀ ਫੁੱਲ ਲੈ ਕੇ ਹਰਿਦੁਆਰ ਨੂੰ ਗਏ। ਮੁੜਦਿਆਂ ਨੂੰ ਖਬਰ ਹੋਈ ਕਿ ਸੰਤ ਜੀ ਮਹਾਰਾਜ ਅੰਮ੍ਰਿਤਸਰ ਹਨ। ਦਰਸ਼ਨ ਕਰਨ ਵਾਸਤੇ ਉੱਤਰ ਪਏ ਤੇ ਭਾਈ ਆਤਮਾ ਸਿੰਘ ਦੀ ਸਿੰਧੀ ਦੇ ਡੇਰੇ ਪਹੁੰਚੇ। ਸੰਤ ਜੀ ਮਹਾਰਾਜ ਆਪਣੇ ਕਮਰੇ ਵਿੱਚ ਇਕਾਂਤ ਬੈਠੇ ਸਨ। ਆਗਿਆ ਲੈ ਕੇ ਅੰਦਰ ਪਹੁੰਚੇ ਅਤੇ ਨਮਸਕਾਰ ਕਰਕੇ ਬੈਠ ਗਏ। ਕੁਝ ਚਿਰ ਚੁੱਪ ਕਰਕੇ ਬੈਠੇ ਰਹੇ। ਜਦ ਅੱਧੀ ਘੜੀ ਬੀਤੀ ਤਦ ਸੰਤ ਜੀ ਮਹਾਰਾਜ ਨੇ ਪੁੱਛਿਆ, ਸੁਣਾਓ ਕਾਕਾ, ਹੀਰਾ ਸਿੰਘ ਜੀ ਦਾ ਕੀ ਹਾਲ ਹੈ? ਮਾਈ ਤਾਂ ਬੋਲ ਨਾ ਸਕੀ, ਪਰ ਭਾਈ ਨੰਦ ਸਿੰਘ ਜੀ ਨੇ ਕਿਹਾ, ਮਹਾਰਾਜ ਭੁਜੰਗੀ ਤਾਂ ਚੜ੍ਹਾਈ ਕਰ ਗਿਆ ਹੈ। ਇਹ ਸੁਣ ਕੇ ਸੰਤ ਜੀ ਮਹਾਰਾਜ ਕੁਝ ਚਿਰ ਚੁੱਪ ਰਹੇ, ਫਿਰ ਬੋਲੇ, ਤੁਸਾਂ ਕੋਈ ਅਵੱਗਿਆ ਕੀਤੀ ਹੋਵੇਗੀ। ਅਸਾਂ ਜੋ ਕਿਹਾ ਸੀ ਕਾਕੇ ਨੂੰ ਸਾਡਾ ਹੀ ਰੂਪ ਜਾਣਨਾ। ਉਹ ਉਪਕਾਰੀ ਜੀਵ ਸੀ, ਆਪਣੀ ਮੌਜ ਨਾਲ ਆਇਆ ਸੀ, ਆਪਣੀ ਮੌਜ ਨਾਲ ਚਲਿਆ ਗਿਆ। ਸੰਸਾਰੀ ਬੰਧਨਾਂ ਤੋਂ ਚਿੱਤ ਉਪਰਾਮ ਹੋ ਗਿਆ ਅਤੇ ਸਰੀਰ ਰੂਪੀ ਚਮੜਾ ਲਾਹ ਕੇ ਚੱਲਦਾ ਬਣਿਆ। ਅਸਾਂ ਤੁਹਾਨੂੰ ਪਹਿਲੇ ਹੀ ਇਸ਼ਾਰਾ ਕਰ ਦਿੱਤਾ ਸੀ। ਮਾਈ ਭਾਗਵਰੀ ਨੇ ਕਿਹਾ, ਮਹਾਰਾਜ, ਮੈਂ ਤਾਂ ਸਮਝਿਆ ਸੀ ਕਿ ਕਾਕੇ ਨਾਲ ਸਾਡੇ ਵਰਗਾ ਪਿਆਰ ਹੈ। ਸੰਤ ਜੀ, ਜੋ ਕਰਤਾਰ ਦੀ ਰਜ਼ਾ। ਧੰਨਵਾਦ। ਅਗਲਾ ਪਾਠ ਸੁਣਨ ਦੇ ਲਈ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਡੇ ਕੋਲ ਟਾਈਮ ਨਾਲ ਅਪਡੇਟਸ ਆ ਸਕਣ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣਾ। ਬਹੁਤ ਬਹੁਤ ਧੰਨਵਾਦ।